ਸਾਡੀ ਪੰਜਾਬੀ ਫਿਲਮ ਇੰਡਸਟਰੀ ਨੇ ਅਸੀਂ ਐਸੋਸੀਏਸ਼ਨ ਨੇ ਇਹ ਯੋਜਨਾ ਬਣਾਈ ਸੀ ਕਿ ਕੱਲੇ ਤਾਂ ਅਸੀਂ ਜਾਣੇ ਹੀ ਹਾਂ, ਪਰ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਕਿਸਾਨਾਂ ਦਾ ਮਨੋਬਲ ਵਧਾਉਣ ਲਈ ਔਰ ਸਾਰੀ ਦੁਨੀਆ ਨੂੰ ਇਹ ਦੱਸਣ ਲਈ ਕਿ ਅਸੀਂ ਆਪਣੀ ਇਸ ਕਿਸਾਨੀ ਸੰਘਰਸ਼ ਦੇ ਨਾਲ ਹਮੇਸ਼ਾ ਖੜੇ ਹਾਂ। ਔਰ ਉਹ ਕਲਾਕਾਰ ਜਿਨ੍ਹਾਂ ਦੇ ਕਈ ਵਾਰੀ ਮੇਲੇ ਲੱਗਦੇ ਆ ਤੇ ਇਹਨਾਂ ਨੂੰ ਬੱਸਾਂ ਭਰ ਲੋਕ ਦੇਖਣ ਚਲੇ ਜਾਂਦੇ ਆ, ਅੱਜ ਇੱਕ ਬੱਸ 'ਚ ਸਾਰੇ ਬਹਿ ਕੇ ਆਏ ਨੇ। ਸਾਡਾ ਮਨ ਹੁਣ ਤਾਂ ਦੁਖਿਆ ਸੀ ਕਿ ਬਾਲੀਵੁੱਡ ਦੇ ਕੁਝ ਕਲਾਕਾਰਾਂ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ। ਸਾਥ ਦੇਣ ਦੀ ਬਜਾਏ ਉਹਨਾਂ ਨੇ ਕੋਈ ਹੋਰ ਰੁਖ ਅਖਤਿਆਰ ਕਰ ਲਿਆ। ਉਹਦਾ ਸਾਨੂੰ ਮਨ ਸਾਡਾ ਬਹੁਤ ਉਦਾਸ ਸੀ, ਉਹਦੇ ਤੋਂ ਮਨ ਟੁੱਟਿਆ ਸੀ। ਫਿਰ ਅਸੀਂ ਸੋਚਿਆ ਕਿ ਜੇ 4 ਲੋਕਾਂ ਨੇ ਕਿਸਾਨਾਂ ਦਾ ਦਿਲ ਤੋੜਿਆ ਤਾਂ ਅਸੀਂ ਅੱਜ ਦੱਸੀਏ ਕਿ ਅਸੀਂ ਤੁਹਾਡੀ ਇੰਡਸਟਰੀ 'ਚੋਂ, ਤੁਹਾਡੀ ਫਿਲਮ ਇੰਡਸਟਰੀ 'ਚੋਂ 40 ਆਏ ਹਾਂ ਅੱਜ। ਪਰਮਾਤਮਾ ਨਾ ਕਰੇ ਲੋੜ ਪਵੇ, ਜਲਦੀ ਸੰਘਰਸ਼ ਖਤਮ ਹੋਵੇ, ਜੇ ਦੁਬਾਰਾ ਲੋੜ ਪਏਗੀ ਅਸੀਂ 40 ਦੀ ਥਾਂ ਤੇ 400 ਵੀ ਆਵਾਂਗੇ। ਚਲੋ ਦੇਸ਼ ਧਰੋਹੀ ਤੋਂ ਪ੍ਰਮੋਸ਼ਨ ਹੋ ਕੇ ਹੁਣ ਅੰਦੋਲਨ ਜੀਵੀ ਤੱਕ ਤਾਂ ਆਏ ਨਾ। ਇਹ ਮੈਂ ਸਮਝਦਾ ਕਿ ਉਹਨਾਂ ਨੇ ਕਬੂਲ ਕੀਤਾ ਹੈ ਕਿ ਇਹ ਦੇਸ਼ ਧਰੋਹੀ ਨਹੀਂ, ਇਹ ਅੰਦੋਲਨ ਜੀਵੀ ਨੇ। ਔਰ ਬਹੁਤ ਜਲਦੀ ਮੈਨੂੰ ਲੱਗਦਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਨੂੰ ਅੰਦੋਲਨਕਾਰੀ ਵੀ ਮੰਨ ਲੈਣਗੇ, ਇਹਨਾਂ ਨੂੰ ਮਜ਼ਲੂਮ ਵੀ ਮੰਨ ਲੈਣਗੇ ਕਿ ਆਪਣੇ ਹੱਕਾਂ ਲਈ ਲੜਾਈ ਲੜਦੇ ਪਏ ਨੇ, ਇਹਨਾਂ ਨੂੰ ਇਹਨਾਂ ਦੇ ਹੱਕ ਦਈਏ। ਮੈਂ ਸਮਝਦਾ ਕਿ ਇਹ ਜਿਹੜਾ ਅੰਦੋਲਨ ਜੀਵੀ ਇਹਨਾਂ ਨੇ ਕਿਹਾ ਇਹ ਕਿਸਾਨਾਂ ਦੇ ਹੱਕ 'ਚ ਜਾਂਦਾ। ਦੇਸ਼ ਧਰੋਹੀ ਵਾਲਾ ਟੈਗ ਲੱਥਾ ਹੈ, ਅੰਦੋਲਨ ਜੀਵੀ ਦਾ ਲੱਥਾ। ਪੰਗਾ ਹੋਇਆ ਏ, ਦੰਗਾ ਹੋਇਆ ਏ, ਕੌਣ ਕੀਏ ਨੰਗਾ ਹੋਇਆ ਏ, ਚੰਗਾ ਹੋਇਆ ਏ। ਸੋ ਮੌਜੂਦਾ ਕਿਸਾਨੀ ਘੋਲ ਨੂੰ ਲੈ ਕੇ ਇਹ ਬੋਲ ਬਿਲਕੁਲ ਟੁਕਦੇ ਹੋਏ ਦਿਖਾਈ ਦਿੰਦੇ ਨੇ, ਕਿਉਂਕਿ ਜਿੱਥੇ ਪੰਜਾਬੀ ਇੰਡਸਟਰੀ, ਪੰਜਾਬੀ ਕਲਾਕਾਰ ਕਿਸਾਨੀ ਇਹ ਘੋਲ, ਇਸ ਹੱਕਾਂ ਦੀ ਲੜਾਈ ਦੇ ਵਿੱਚ ਨਾਲ ਖੜੇ ਰਹੇ ਨੇ, ਉੱਥੇ ਹੀ ਦੂਜੇ ਪਾਸੇ ਬਾਲੀਵੁੱਡ ਸੈਲੀਬ੍ਰਿਟੀਜ਼ ਜਿਹੜੀਆਂ ਨੇ ਉਹਨਾਂ ਦਾ ਰੁਖ ਵੀ ਦਿਖਿਆ ਕਿ ਉਹ ਕਿਸ ਪਾਸੇ ਵੱਲ, ਕਿਸ ਪੱਲੜੇ ਵੱਲ ਨੂੰ ਜਿਹੜੇ ਹੈਗੇ ਨੇ ਉਹ ਖੜੇ ਨੇ। ਸੋ ਜਿੱਥੇ ਇੱਕ ਪਾਸੇ ਆਈ ਸਟੈਂਡ ਵਿਦ ਫਾਰਮਰਸ ਹੈਸ਼ਟੈਗ ਚੱਲਦੇ ਤੇ ਦੂਜੇ ਪਾਸੇ ਇੰਡੀਆ ਅਗੇਂਸਟ ਪ੍ਰੈਪੋਗੈਂਡਾ ਵੀ ਚੱਲਦਾ। ਸੋ ਕਿਤੇ ਨਾ ਕਿਤੇ ਦੋਹੇ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਨਿਖਰ ਕੇ ਆਈਆਂ ਨੇ ਇਹਦੇ ਦੌਰਾਨ ਕਿ ਕੌਣ ਸਾਡੇ ਆਈਡੀਅਲ ਨੇ, ਕੌਣ ਸਾਡੇ ਅਸਲ ਹੀਰੋ ਨੇ ਔਰ ਕੌਣ ਸਮਾਜ ਦੇ ਲਈ ਜ਼ਿਆਦਾ ਸੁਚਾਰੂ ਸੋਚ ਰੱਖਦਾ। ਇਸ ਵੇਲੇ ਗੁਰਪ੍ਰੀਤ ਘੁੱਗੀ ਜੀ ਸਾਡੇ ਨਾਲ ਮੌਜੂਦ ਨੇ, ਹਾਸਰਸ ਕਲਾਕਾਰ ਨੇ, ਔਰ ਇੱਕ ਬਹੁਤ ਸੋਹਣੀ ਪਹਿਲ ਕਦਮੀ ਜਿਹੜੀ ਹੈ ਪੰਜਾਬੀ ਕਲਾਕਾਰਾਂ ਵੱਲੋਂ ਅੱਜ ਦੇ ਇਸ ਦਿਨ ਦੇ ਵਿੱਚ ਬਹੁਤ ਖੂਬਸੂਰਤ ਜੋ ਦੇਖਣ ਨੂੰ ਮਿਲਿਆ ਸੀ ਕਿ ਸਾਰੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਜਿਹੜੇ ਸਨ, ਤਕਰੀਬਨ 40 ਤੋਂ ਜ਼ਿਆਦਾ ਕਲਾਕਾਰ ਇਕੱਤਰਿਤ ਇੱਕ ਵਾਹਨ ਦੇ ਉੱਤੇ ਅੱਜ ਸਿੰਘੂ ਮੋਰਚੇ 'ਤੇ ਪਹੁੰਚੇ। ਆਪਣੀ ਗੱਲ ਜਿਹੜੀ ਸੀ ਉਹ ਕਿਸਾਨੀ ਘੋਲ ਦੇ ਵਿੱਚ ਬੈਠੇ ਹੋਏ ਕਿਸਾਨਾਂ ਦੇ ਲਈ ਵੀ ਰੱਖੀ ਔਰ ਆਪਣੀ ਏਕਤਾ ਵੀ ਦਿਖਾਈ। ਸੋ ਏਕਤਾ ਦਾ ਅੱਜ ਬੜਾ ਸੋਹਣਾ ਪ੍ਰਗਟਾਵਾ ਜਿਹੜਾ ਕੀਤਾ ਗਿਆ। ਹਾਲਾਂਕਿ ਇਸ ਸੰਘਰਸ਼ 'ਚ ਹਮੇਸ਼ਾ ਹੀ ਇਕੱਠੇ ਰਹੇ ਆ, ਪਰ ਅੱਜ ਇਸ ਤਰ੍ਹਾਂ ਦੀ ਇੱਕ ਉਦਾਹਰਨ ਜਿਹੜੀ ਆ ਉਹ ਸਮਾਜ ਦੇ ਸਾਹਮਣੇ ਲੈ ਕੇ ਆਉਣ ਦੇ ਲਈ ਕਿਵੇਂ ਸੋਚਿਆ ਸੀ? ਬਿਲਕੁਲ ਜੀ, ਅੰਦੋਲਨ ਬੜੇ ਮਹੀਨਿਆਂ ਤੋਂ ਚੱਲ ਰਿਹਾ ਔਰ ਬੜਾ ਸੁਚਾਰੂ ਢੰਗ ਨਾਲ ਬੜਾ ਸੋਹਣਾ ਚੱਲ ਰਿਹਾ ਸੀ, ਪਰ ਕਈ ਵਾਰੀ ਕਿਸੇ ਪਾਸਿਓਂ ਕੋਈ ਸੀਨ ਉੱਧੜਦੀ ਨਜ਼ਰ ਆਉਂਦੀ ਹੈ ਨਾ ਜਦੋਂ, ਤੇ ਫਿਰ ਉਦੋਂ ਮਨ ਨੂੰ ਤਕਲੀਫ ਹੁੰਦੀ ਹੈ। ਇਹ ਤਕਲੀਫ ਹੋਈ ਸੀ, ਸਾਨੂੰ ਸਾਰਿਆਂ ਨੂੰ ਹੋਈ ਸੀ। ਮੈਨੂੰ ਲੱਗਦਾ ਵਿੱਚੋਂ ਇੱਕ ਰਾਤ ਐਸੀ ਵੀ ਆਈ ਸੀ ਜਦੋਂ ਨਾ ਤੁਸੀਂ ਸੁੱਤੇ ਹੋਣੇ ਨਾ ਅਸੀਂ ਸੁੱਤੇ ਹੋਣੇ, ਵੀ ਕੀ ਹੋਇਆ ਨਾ। ਤੇ ਉਸ ਉਧੇੜ-ਬੁਣ ਨੂੰ ਸਾਬਤ ਕਰਨ ਵਾਸਤੇ, ਉਹਨੂੰ ਠੀਕ ਕਰਨ ਵਾਸਤੇ ਬੜੀਆਂ ਉਪਰਾਲੇ ਹੋਏ, ਜਿਹਦੇ 'ਚੋਂ ਵੱਡਾ ਸਿਹਰਾ ਟਕੈਤ ਸਾਹਿਬ ਨੂੰ ਜਾਂਦਾ। ਉਹਨਾਂ ਨੇ ਦੁਬਾਰਾ ਥੰਮਿਆ ਇਸ ਤੂਫਾਨ ਨੂੰ ਔਰ ਲੱਗਦਾ ਸੀ ਕਿ ਤੂਫਾਨ 'ਚ ਬਥੇਰਾ ਕੁਛ ਉੱਡ ਜਾਏਗਾ, ਪਰ ਉਹਨਾਂ ਨੇ ਹੋਰ ਮਜ਼ਬੂਤੀ ਨਾਲ ਗੱਡ ਦਿੱਤਾ। ਸਗੋਂ ਉੱਥੇ ਕਿਤੇ ਇਹ ਵੀ ਹੋਇਆ ਕਿ ਕੁਛ ਲੋਕ ਤਿੱਤਰ ਬਿੱਤਰ ਹੋ ਜਾਣਗੇ, ਕੋਈ ਬਿਖਰ ਜਾਣਗੇ, ਕੁਛ ਦੂਰ ਹੋ ਜਾਣਗੇ, ਕੁਛ, ਪਰ ਉਹ ਜਿਹੜਾ ਇੱਕ ਸਾਡੇ ਅੰਦਰ ਜਜ਼ਬਾ ਸੀ ਕਿ ਇਹ ਸਾਡੇ ਅਣਭੋਲ ਕਿਸਾਨ ਨੇ ਔਰ ਇੰਨੇ ਖੂਬਸੂਰਤੀ ਨਾਲ ਇਹ ਸੰਘਰਸ਼ ਲੜ ਰਹੇ ਨੇ, ਅੰਦੋਲਨ ਕਰ ਰਹੇ ਨੇ। ਅੰਦੋਲਨ ਦੇ ਸਿੱਟੇ ਸਾਨੂੰ ਨਹੀਂ ਪਤਾ ਹੁੰਦਾ ਕਈ ਵਾਰੀ, ਹੈ ਨਾ, ਕੋਈ ਸ਼ੁਰੂ ਹੁੰਦਾ ਤਾਂ ਉਹਦੇ ਕੀ ਹੋਣੇ ਆ, ਬਟ ਸਾਡੇ ਕਿਸਾਨ ਨੂੰ ਕੋਈ ਬਦਨਾਮ ਕਰ ਦੇਵੇ, ਉਹਦੀ ਅਜ਼ਮਤ ਨੂੰ ਕੋਈ ਹੱਥ ਪਾ ਲਵੇ, ਉਹਦੀ ਨਿਸ਼ਠਾ 'ਤੇ ਕੋਈ ਸ਼ੱਕ ਕਰੇ, ਉਹਦੀ ਅਕੀਦਤ ਦੇ ਉੱਤੇ ਕੁਐਸਚਨ ਮਾਰਕ ਲੱਗੇ, ਸਾਨੂੰ ਇਸ ਗੱਲ ਦਾ ਬਹੁਤ ਅਫਸੋਸ ਸੀ। ਅਤੇ ਅਸੀਂ, ਤੁਹਾਨੂੰ ਪਤਾ, ਤੁਹਾਡੇ ਸਾਹਮਣੇ ਕਿੰਨੀ ਵਾਰੀ ਆਏ ਗਏ ਹਾਂ, ਇਕੱਲੇ ਸਾਰੇ ਆਏ ਹਾਂ, ਪਰ ਸਾਡੀ ਪੰਜਾਬੀ ਫਿਲਮ ਇੰਡਸਟਰੀ ਨੇ, ਅਸੀਂ ਐਸੋਸੀਏਸ਼ਨ ਨੇ ਇਹ ਯੋਜਨਾ ਬਣਾਈ ਸੀ ਕਿ ਕੱਲੇ ਤਾਂ ਅਸੀਂ ਜਾਣੇ ਹੀ ਹਾਂ, ਪਰ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਕਿਸਾਨਾਂ ਦਾ ਮਨੋਬਲ ਵਧਾਉਣ ਲਈ ਔਰ ਸਾਰੀ ਦੁਨੀਆ ਨੂੰ ਇਹ ਦੱਸਣ ਲਈ ਕਿ ਅਸੀਂ ਆਪਣੀ ਇਸ ਕਿਸਾਨੀ ਸੰਘਰਸ਼ ਦੇ ਨਾਲ ਹਮੇਸ਼ਾ ਖੜੇ ਹਾਂ। ਔਰ ਉਹ ਕਲਾਕਾਰ ਜਿਨ੍ਹਾਂ ਦੇ ਕਈ ਵਾਰੀ ਮੇਲੇ ਲੱਗਦੇ ਆ ਤੇ ਇਹਨਾਂ ਨੂੰ ਬੱਸਾਂ ਭਰ ਲੋਕ ਦੇਖਣ ਚਲੇ ਜਾਂਦੇ ਆ, ਅੱਜ ਇੱਕ ਬੱਸ 'ਚ ਸਾਰੇ ਬਹਿ ਕੇ ਆਏ ਨੇ। ਉਹ ਇੱਕ ਮਤਲਬ ਸਾਡੀ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਕਿ ਅਸੀਂ ਸਾਰੇ
ਇੱਕ ਮੁੱਦੇ ਦੇ ਉੱਤੇ ਇਕੱਠੇ ਹਾਂ, ਇਸ ਮੋਰਚੇ 'ਚ, ਇਸ ਸੰਘਰਸ਼ ਦੇ ਵਿੱਚ ਨਾਲ ਹਾਂ। ਔਰ ਹੁਣ ਵੀ ਤੁਹਾਡੇ ਸਾਹਮਣੇ ਸੀ, ਤੁਸੀਂ ਵੀ ਰੁਕੇ ਹੋ, ਚਾਹ ਪੀਣੀ ਰੁਕੇ ਹਾਂ ਢਾਬੇ 'ਤੇ ਇੱਥੇ। ਔਰ ਅਜੇ ਸਫ਼ਰ ਬੜਾ ਲੰਮਾ ਹੈ, ਵਾਪਸ ਜਾਣਾ ਚੰਡੀਗੜ੍ਹ ਤੱਕ। ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਸੀ ਕਿ ਸਾਡਾ ਮਨ ਹੁਣ ਤਾਂ ਦੁਖਿਆ ਸੀ ਕਿ ਬਾਲੀਵੁੱਡ ਦੇ ਕੁਝ ਕਲਾਕਾਰਾਂ ਨੇ ਕਿਸਾਨਾਂ ਦਾ ਸਾਥ ਨਹੀਂ ਦਿੱਤਾ। ਸਾਥ ਦੇਣ ਦੀ ਬਜਾਏ ਉਹਨਾਂ ਨੇ ਕੋਈ ਹੋਰ ਰੁਖ ਅਖਤਿਆਰ ਕਰ ਲਿਆ। ਉਹਦਾ ਸਾਨੂੰ ਮਨ ਸਾਡਾ ਬਹੁਤ ਉਦਾਸ ਸੀ, ਉਹਦੇ ਤੋਂ ਮਨ ਟੁੱਟਿਆ ਸੀ। ਫਿਰ ਅਸੀਂ ਸੋਚਿਆ ਕਿ ਜੇ 4 ਲੋਕਾਂ ਨੇ ਕਿਸਾਨਾਂ ਦਾ ਦਿਲ ਤੋੜਿਆ ਤਾਂ ਅਸੀਂ ਅੱਜ ਦੱਸੀਏ ਕਿ ਅਸੀਂ ਤੁਹਾਡੀ ਇੰਡਸਟਰੀ 'ਚੋਂ, ਤੁਹਾਡੀ ਫਿਲਮ ਇੰਡਸਟਰੀ 'ਚੋਂ 40 ਆਏ ਹਾਂ ਅੱਜ। ਪਰਮਾਤਮਾ ਨਾ ਕਰੇ ਲੋੜ ਪਵੇ, ਜਲਦੀ ਸੰਘਰਸ਼ ਖਤਮ ਹੋਵੇ, ਜੇ ਦੁਬਾਰਾ ਲੋੜ ਪਏਗੀ ਅਸੀਂ 40 ਦੀ ਥਾਂ 'ਤੇ 400 ਵੀ ਆਵਾਂਗੇ ਜੀ। ਪਰ ਇੱਕ ਹੁੰਦਾ ਕਿ ਅਸੀਂ ਕਈ ਵਾਰ ਜੇ ਅਸੀਂ ਆਪਣੀ ਸਪਸ਼ਟ ਰਾਏ ਨਹੀਂ ਰੱਖਣੀ ਹੁੰਦੀ ਤੇ ਅਸੀਂ ਕਿਸੇ ਮੁੱਦੇ ਤੇ ਢਿੱਲੇ ਰਾਏ ਦੇ ਦਿੰਦੇ ਹਾਂ ਕਿ ਕੋਈ ਗੱਲ ਨਹੀਂ, ਹੱਲ ਹੋ ਜਾਣਾ ਚਾਹੀਦਾ ਜੋ ਵੀ ਹੈ। ਪਰ ਇੱਕ ਜੋ ਸਰਕਾਰ ਵੱਲੋਂ ਇੱਕ ਪਹਿਲਾਂ ਅਮਿਤ ਸ਼ਾਹ ਜੀ ਵੱਲੋਂ ਇੱਕ ਹੈਸ਼ਟੈਗ ਚਲਾਇਆ ਜਾਂਦਾ ਹੈ, ਉਸੇ ਨੂੰ ਹੀ ਉਹ ਅੱਗੇ ਇਸਤੇਮਾਲ ਕਰਦੇ ਹੈ। ਸੋ ਇੱਕ ਵਾਰ ਵੀ ਮਨ 'ਚ ਨਹੀਂ ਆਉਂਦਾ ਕਿ ਅਸੀਂ ਇਹਨਾਂ ਲੋਕਾਂ ਦੇ ਬਣਾਏ ਹੋਏ ਕਲਾਕਾਰ ਹਾਂ ਔਰ ਅਸੀਂ ਅੱਜ ਸਿੱਧੇ ਤੌਰ 'ਤੇ ਉੱਭਰ ਕੇ ਸਾਹਮਣੇ ਆ ਰਹੇ ਹਾਂ ਕਿ ਅਸੀਂ ਕਿਸ ਪਾਸੇ ਖੜ੍ਹੇ ਹਾਂ। ਸੋ ਕਿਉਂਕਿ ਕਲਾਕਾਰਾਂ ਲਈ ਕਿਹਾ ਜਾਂਦਾ ਬੜੇ ਸੈਂਸਿਟਿਵ ਮਨ ਹੁੰਦੇ ਨੇ, ਸਮਾਜ ਨੂੰ ਬੜੇ ਸੁਰਖਰੂ ਨਜ਼ਰ ਦੇ ਨਾਲ ਦੇਖਦੇ ਨੇ, ਪਰ ਇੱਥੇ ਥੋੜ੍ਹਾ ਜਿਹਾ ਉਲਟਾ ਨਜ਼ਰ ਆਇਆ। ਬਿਲਕੁਲ ਜੀ, ਮੈਂ ਇਹੀ ਬੇਨਤੀ ਕਰਾਂਗਾ, ਤੁਹਾਡੇ ਵਾਲੀ ਗੱਲ ਹੀ ਦੁਹਰਾਵਾਂਗਾ ਕਿ ਜੇ ਤੁਸੀਂ ਵਿਕਟਿਮ ਦੇ ਨਾਲ ਜਾਂ ਤੁਸੀਂ ਅਗਰ ਮਜ਼ਲੂਮ ਦੇ ਨਾਲ ਖੜ੍ਹੇ ਨਹੀਂ ਹੋ ਸਕਦੇ, ਤੁਹਾਡੀ ਕੋਈ ਮਜਬੂਰੀ ਹੋਏਗੀ ਤਾਂ ਘੱਟੋ ਘੱਟ ਸਾਵੇਂ ਹੋ ਜਾਓ, ਨਿਊਟਰਲ ਹੋ ਜਾਓ ਔਰ ਦੁਆ ਕਰੋ ਕਿ ਜੋ ਵੀ ਚੱਲ ਰਿਹਾ ਠੀਕ ਹੋਵੇ, ਜੋ ਹੱਕ ਹੈ ਜਿਹਨੂੰ ਜਿਹਦਾ ਜੋ ਮਿਲ ਜੇ, ਬਸ ਇੰਨਾ ਹੀ ਕਹਿ ਦਿਓ। ਪਰ ਤੁਸੀਂ ਇੱਕ ਪ੍ਰਤੱਖ ਰੂਪ ਆਪਣਾ ਦਿਖਾ ਦੇਣਾ ਔਰ ਜਿਹਦੇ ਨਾਲ ਲੋਕਾਂ ਦਾ ਮਨ ਟੁੱਟੇ, ਕਿਉਂਕਿ ਕੁਝ ਕਲਾਕਾਰ ਤੇ ਕੁਝ ਵੱਡੇ ਖਿਡਾਰੀ ਜਿਨ੍ਹਾਂ ਤੋਂ ਕੁਝ ਲੋਕਾਂ ਨੂੰ ਉਮੀਦ ਨਹੀਂ ਸੀ, ਉਹ ਵੀ ਜਦੋਂ ਇਸ ਰੁਖ ਦੇ ਵਿੱਚ ਨਜ਼ਰ ਆਏ, ਜਦ ਕਿ ਉਹਨਾਂ 'ਚੋਂ 80-90% ਨੂੰ ਪਤਾ ਨਹੀਂ ਹੋਣਾ ਕਿ ਇਹ ਕਿਸਾਨੀ ਜਾਂ ਸੰਘਰਸ਼ ਕੀ ਚੀਜ਼ ਹੁੰਦੀ ਹੈ, ਅੰਦੋਲਨ ਕੀ ਚੀਜ਼ ਹੈ। ਔਰ ਪਬਲਿਕ ਦੇ ਵਿੱਚ ਉਹਨਾਂ ਨੂੰ ਆਪਣਾ ਵਿਊ ਰੱਖਣ ਦਾ ਹੱਕ ਹੈ, ਜਿੱਦਾਂ ਦਾ ਮਰਜ਼ੀ ਰੱਖਣ। ਹੁਣ ਲੋਕਤੰਤਰ ਦੀ ਆਜ਼ਾਦੀ ਹੈ, ਡੈਮੋਕ੍ਰੇਟਿਕ ਕੰਟਰੀ ਹੈ, ਉਹ ਆਪਣਾ ਰੁਖ ਦੱਸ ਸਕਦੇ ਨੇ। ਬਟ ਲੋਕਾਂ ਦਾ ਦਿਲ ਕਦੋਂ ਟੁੱਟਦਾ? ਜਦੋਂ ਕਾਪੀ ਪੇਸਟ ਟਵੀਟ ਦੇਖਦੇ ਨੇ। ਪਹਿਲੇ ਤਾਂ ਕੋਈ ਜਾਗਦਾ ਨਹੀਂ, ਜਦੋਂ ਜਾਗਦੇ ਨੇ ਘੰਟੇ 'ਚ ਸਾਰੇ ਜਾਗ ਜਾਂਦੇ ਨੇ, ਫਿਰ 1-2 ਘੰਟੇ ਬਾਅਦ ਸਾਰੇ ਸੌਂ ਜਾਂਦੇ ਨੇ। ਉਹ ਲੋਕਾਂ ਨੂੰ ਮੈਨੂਪੂਲੇਟਡ ਲੱਗਦਾ, ਲੋਕਾਂ ਦਾ ਦਿਲ ਟੁੱਟਦਾ ਕਿ ਤੁਹਾਡਾ ਇਹ ਰੋਲ ਅਦਾ ਕਰਨਾ ਨਹੀਂ ਬਣਦਾ। ਉਹ ਲੋਕਾਂ ਦਾ ਦਿਲ ਜ਼ਰੂਰ ਟੁੱਟਿਆ, ਦਿਲ ਦੁਖਿਆ ਵੀ ਸੀ। ਅਤੇ ਮੈਨੂੰ ਲੱਗਦਾ ਨਹੀਂ ਕਿ ਇਹ ਚੱਲਣ ਕੋਈ ਬਹੁਤਾ ਚੰਗਾ। ਔਰ ਅੱਗੇ ਤੋਂ ਵੀ ਕਲਾਕਾਰਾਂ ਨੂੰ, ਖਿਡਾਰੀਆਂ ਨੂੰ, ਵੱਡੇ ਲੋਕ ਜਿਨ੍ਹਾਂ ਨੂੰ ਐਡੇ ਵੱਡੇ ਅਵਾਰਡ ਤਮਗੇ ਮਿਲ ਚੁੱਕੇ ਨੇ, ਉਹਨਾਂ ਨੂੰ ਘੱਟੋ ਘੱਟ ਅੱਗੇ ਤੋਂ ਸੋਚ ਕੇ ਕਦਮ ਚੁੱਕਣਾ ਚਾਹੀਦਾ। ਇੱਕ ਨਵੀਂ ਟਰਮ ਸਾਹਮਣੇ ਆਈ ਹੈ, ਜਿੱਥੇ ਪਹਿਲਾਂ ਜਿਹੜੇ ਸੀਗੇ ਉਹਨਾਂ ਨੂੰ ਦੇਸ਼ ਧਰੋਹੀ ਅਸੀਂ ਵਰਡ ਜਿਹੜੇ ਸੀਗੇ ਉਹ ਸੁਣ ਰਹੇ ਸੀਗੇ, ਅੰਦੋਲਨ ਜੀਵੀ ਪਰਜੀਵੀ। ਸੋ ਕੀ ਤੁਸੀਂ ਅੰਦੋਲਨ ਜੀਵੀ ਪਰਜੀਵੀ ਹੈਗੇ ਆ? ਮੈਂ ਇਹਨੂੰ ਤਾਂ ਬੜੇ ਪੋਜ਼ੀਟਿਵ ਵੇ 'ਚ ਲੈਣਾ ਜੀ, ਕਿ ਚਲੋ ਦੇਸ਼ ਧਰੋਹੀ ਤੋਂ ਪ੍ਰਮੋਸ਼ਨ ਹੋ ਕੇ ਹੁਣ ਅੰਦੋਲਨ ਜੀਵੀ ਤੱਕ ਤਾਂ ਆਏ ਨਾ। ਇਹ ਮੈਂ ਸਮਝਦਾ ਕਿ ਉਹਨਾਂ ਨੇ ਕਬੂਲ ਕੀਤਾ ਹੈ ਕਿ ਇਹ ਦੇਸ਼ ਧਰੋਹੀ ਨਹੀਂ, ਇਹ ਅੰਦੋਲਨ ਜੀਵੀ ਨੇ। ਘੱਟੋ ਘੱਟ ਕੁਝ ਤਾਂ ਸਾਡੇ ਕਿਸਾਨਾਂ ਦੇ ਉੱਤੋਂ ਇਹ ਧੱਬਾ ਲੱਥਾ ਨਾ ਕਿ ਇਹ ਆਤੰਕਵਾਦੀ ਨੇ ਜਾਂ ਇਹ ਦੇਸ਼ ਧਰੋਹੀ ਨੇ। ਹੁਣ ਅੰਦੋਲਨ ਜੀਵੀ ਹੋ ਗਏ ਔਰ ਬਹੁਤ ਜਲਦੀ ਮੈਨੂੰ ਲੱਗਦਾ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਨੂੰ ਅੰਦੋਲਨਕਾਰੀ ਵੀ ਮੰਨ ਲੈਣਗੇ, ਇਹਨਾਂ ਨੂੰ ਮਜ਼ਲੂਮ ਵੀ ਮੰਨ ਲੈਣਗੇ ਕਿ ਆਪਣੇ ਹੱਕਾਂ ਲਈ ਲੜਾਈ ਲੜਦੇ ਪਏ ਨੇ, ਇਹਨਾਂ ਨੂੰ ਇਹਨਾਂ ਦੇ ਹੱਕ ਦਈਏ। ਮੈਂ ਸਮਝਦਾ ਕਿ ਇਹ ਜਿਹੜਾ ਅੰਦੋਲਨ ਜੀਵੀ ਇਹਨਾਂ ਨੇ ਕਿਹਾ, ਇਹ ਕਿਸਾਨਾਂ ਦੇ ਹੱਕ 'ਚ ਜਾਂਦਾ। ਦੇਸ਼ ਧਰੋਹੀ ਵਾਲਾ ਟੈਗ ਲੱਥਾ, ਅੰਦੋਲਨ ਜੀਵੀ ਦਾ ਲੱਗਾ। ਸੋ ਜਿਵੇਂ ਅੱਜ ਜਦੋਂ ਆ ਰਹੇ ਸੀਗੇ ਸਾਰੇ ਤੁਸੀਂ ਇਕੱਠੇ, ਕਲਾਕਾਰ ਜ਼ਿਆਦਾਤਰ ਇਕੱਠੇ ਹੁੰਦੇ ਹੋਵੋਗੇ, ਪਰ ਇੰਨੀ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਅਸੀਂ ਦੇਖ ਰਹੇ ਸਾਰੇ ਮਹਾਰਥੀ ਜਿਹੜੇ ਨੇ ਅੱਜ ਇਕੱਤਰਿਤ ਇੱਕ ਰੱਥ ਦੇ ਵਿੱਚ ਇਕੱਠੇ ਹੋ ਕੇ ਆਏ ਨੇ। ਸੋ ਕਿਸ ਤਰ੍ਹਾਂ ਦੇ ਜਜ਼ਬਾਤ ਇਸ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਦੂਜੇ ਦੇ ਅੰਦਰੋਂ ਮਤਲਬ ਦਿਖੇ? ਹਾਂ, ਇਸ ਚੀਜ਼ ਦੀ ਬਹੁਤ ਖੁਸ਼ੀ ਹੋਈ ਸਾਨੂੰ ਕਿ ਇੰਨੇ ਕਲਾਕਾਰ ਤਾਂ ਅਸੀਂ ਇਕੱਠੇ ਕਦੇ ਕਿਸੇ ਦੇ ਬਰਾਤੇ ਜਾਂਦੇ ਨਹੀਂ ਦੇਖੇ, ਭਾਵੇਂ ਕਲਾਕਾਰ ਦਾ ਵਿਆਹ ਹੋਵੇ, ਇਕੱਠੇ ਨਹੀਂ ਹੋ ਪਾਉਂਦੇ। ਔਰ ਇੰਨੇ ਸ਼ਾਰਟ ਨੋਟਿਸ 'ਤੇ ਜਦੋਂ ਕਲਾਕਾਰਾਂ ਨੂੰ ਸਾਡੇ ਸੈਕਟਰੀ ਉਹਨਾਂ ਨੇ ਅਪਰੋਚ ਕੀਤਾ, ਅਤੇ ਜਿਹੜਾ ਵੀ ਆ ਸਕਦਾ ਸੀ ਉਹ ਆਇਆ। ਕੁਛ ਨੇ ਆਉਣ ਦੀ ਕੋਸ਼ਿਸ਼ ਕੀਤੀ, ਕਿਸੇ ਮਜਬੂਰੀ ਕਰਕੇ ਨਹੀਂ ਆ ਸਕੇ। ਕਈਆਂ ਨੇ ਅਫਸੋਸ ਜ਼ਾਹਿਰ ਕੀਤਾ ਕਿ ਸਾਡਾ ਪ੍ਰੋਗਰਾਮ ਬੁੱਕ ਨਾ ਹੁੰਦਾ ਜਾਂ ਮੈਂ ਸ਼ੂਟਿੰਗ 'ਤੇ ਡੇਟ ਨਾ ਦਿੱਤੀ ਹੁੰਦੀ, ਜਿਹੜੀ ਕਿ ਕੈਂਸਲ ਨਹੀਂ ਹੋ ਸਕਦੀ। ਅਸੀਂ ਪ੍ਰੋਫੈਸ਼ਨਲ ਹਾਂ, ਅਸੀਂ ਸਮਝਦੇ ਇੱਕ ਬੰਦੇ ਦੇ ਨਾ ਜਾਣ ਨਾਲ ਇੱਕ ਦਿਨ ਦੇ ਵਿੱਚ ਪ੍ਰੋਡਿਊਸਰ ਦਾ ਬਹੁਤ ਨੁਕਸਾਨ ਹੁੰਦਾ, ਅਤੇ ਉਹਨਾਂ ਦਾ ਕਸੂਰ ਨਹੀਂ ਹੈ। ਪਰ ਕਈਆਂ ਨੂੰ ਇਸ ਚੀਜ਼ ਦਾ ਅਫਸੋਸ ਹੋਇਆ ਕਿ ਅਸੀਂ ਜਾਂਦੇ। ਸੋ ਮੈਨੂੰ ਲੱਗਦਾ ਕਿ ਜੇ ਅਸੀਂ ਥੋੜ੍ਹਾ ਇਹਨੂੰ ਵਧੀਆ ਤਰੀਕੇ ਨਾਲ ਲੰਬਾ ਪਲਾਨ ਕਰਕੇ ਅਗਰ ਆਏ ਹੁੰਦੇ, ਕਿ 10 ਦਿਨ ਪਹਿਲਾਂ ਹੀ ਪਲਾਨ ਕੀਤਾ ਹੁੰਦਾ, ਅਤੇ ਅੱਜ ਮੈਨੂੰ ਲੱਗਦਾ ਸਾਨੂੰ 2 ਬੱਸਾਂ ਲਿਆਉਣੀਆਂ ਪੈਂਦੀਆਂ। ਪਰ ਮੈਂ ਉਹਨਾਂ ਸਾਰਿਆਂ ਨੂੰ ਹਾਜ਼ਰ ਸਮਝਦਾ ਜਿਹੜੇ ਆਤਮਿਕ ਤੌਰ 'ਤੇ ਨਾਲ ਜੁੜੇ ਹੋਏ ਨੇ। ਮੈਂ ਸਮਝਦਾ ਉਹ ਵੀ ਕਲਾਕਾਰ ਸਾਡੇ ਨਾਲ ਹੀ ਨੇ। ਔਰ ਅੱਜ ਤੁਸੀਂ ਦੇਖਿਆ ਬੱਸ ਭਰ ਕੇ ਕਲਾਕਾਰ ਉੱਥੇ ਗਏ ਸੀ, ਆਪਣਾ ਸਮਰਥਨ, ਆਪਣਾ ਪਿਆਰ, ਆਪਣਾ ਸਤਿਕਾਰ ਕਿਸਾਨਾਂ ਦੇ ਕਦਮਾਂ 'ਚ ਅਰਪਿਤ ਕਰਕੇ ਆਏ ਨੇ।
ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਔਰ ਸੋ ਇਸ ਵੇਲੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਘੁੱਗੀ ਜੀ ਨੇ ਵੀ ਕਿਹਾ ਕਿ ਇੱਕ ਸਾਰਤਾ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਔਰ ਕਲਾਕਾਰ ਇਕੱਤਰਿਤ ਹੋ ਕੇ ਇੱਥੇ ਆਏ ਨੇ ਇੱਕ ਚੰਗਾ ਮੈਸੇਜ। ਔਰ ਇਹਨਾਂ ਕਿਸਾਨਾਂ ਦਾ ਜਿਹੜਾ 26 ਤੋਂ ਬਾਅਦ ਇੰਨਾ ਵੱਡਾ ਇੱਕ ਅਸੀਂ ਕਹਿ ਸਕਦੇ ਹਾਂ ਅੰਦੋਲਨ ਤੇ ਇੱਕ ਸੱਟ ਵੱਜੀ ਆ, ਪਰ ਉਸ ਤੋਂ ਬਾਵਜੂਦ ਉਸ ਜਜ਼ਬੇ ਨੂੰ ਜਿਹੜਾ ਹੈਗਾ ਆ ਜੀ ਐਡ ਵੀ ਕਰਨਾ ਚਾਹਾਂਗਾ ਕਿ ਜਿੱਦਾਂ ਹੁਣ ਕਲਾਕਾਰ ਅੱਜ ਆਏ ਨੇ, ਮੈਂ ਸਾਡੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਖਿਡਾਰੀਆਂ ਨੂੰ ਵੀ ਬੇਨਤੀ ਕਰਦਾ, ਸਾਹਿਤਕਾਰਾਂ ਨੂੰ, ਕਵੀਆਂ ਨੂੰ, ਜਿੰਨੇ ਸਾਡੇ ਸਮਾਜ ਸੇਵੀ ਨੇ ਉਹਨਾਂ ਨੂੰ ਬੇਨਤੀ ਕਰਦਾ ਮੈਂ ਕਿ ਤੁਸੀਂ ਵੀ ਸਾਰੇ ਘਰੋਂ ਨਿਕਲੋ। ਅੱਜ ਕਿਸਾਨ ਨੂੰ ਤੁਹਾਡੀ ਲੋੜ ਹੈ, ਸਾਨੂੰ ਕਿਸਾਨ ਦੀ ਰੋਜ਼ ਲੋੜ ਹੈ, ਪਰ ਕਿਸਾਨ ਨੂੰ ਅੱਜ ਤੁਹਾਡੀ ਲੋੜ ਹੈ। ਤੁਹਾਡਾ ਇੰਟੈਲੈਕਟ, ਤੁਹਾਡੀ ਬੁੱਧੀ, ਤੀਖਣ ਬੁੱਧੀ, ਤੁਹਾਡੀ ਸਮਰੱਥਾ, ਤੁਹਾਡੀ ਤਾਕਤ, ਤੁਹਾਡਾ ਯੋਗਦਾਨ ਅੱਜ ਚਾਹੀਦਾ। ਜੇ ਅੱਜ ਅਸੀਂ ਆਪਣੇ ਲੋੜਵੰਦ ਭਾਈਆਂ ਦੇ ਨਾਲ ਨਹੀਂ ਖੜੇ ਤਾਂ ਫਿਰ ਸਾਡੀ ਤਾਕਤ, ਸਾਡੀ ਸਮਰੱਥਾ, ਸਾਡੀ ਬੁੱਧੀ, ਸਾਡੀ ਪਹੁੰਚ, ਸਾਡਾ ਕੈਲੀਬਰ ਉਹ ਫਿਰ ਕਿਸੇ ਨੇ ਕੱਲ ਨੂੰ ਰਗੜ ਕੇ ਫੋੜੇ ਤੇ ਥੋੜਾ ਲਾਉਣਾ ਜੀ, ਹੈ ਨਾ। ਅੱਜ ਮੈਂ ਚਾਹੁੰਦੀ ਜਿਵੇਂ ਰਿਹਾਨਾ ਵੀ ਪੰਜਾਬੀਆਂ ਦੇ ਨਾਲ ਖੜੇ ਆ, ਮੈਂ ਚਾਹੁੰਦੀ ਤੁਸੀਂ ਆਪਣੇ ਅੰਦਾਜ਼ ਦੇ ਵਿੱਚ ਕਹੋ ਕਿ ਹੁਣ ਤਾਂ ਰਿਹਾਨਾ ਵੀ ਬੋਲ ਪਈ ਹੈ। ਹਾਂਜੀ, ਮੈਂ ਕਹਿੰਦਾ ਵੀ ਜੇ ਹੁਣ ਤਾਂ ਬੋਲ ਪਈ ਰਿਹਾਨਾ, ਜਿਹੜਾ ਹੁਣ ਵੀ ਕਰ ਰਿਹਾ ਨਾ ਉਹ ਫਿਰ ਪੰਜਾਬੀ ਰਿਹਾਨਾ, ਉਹ ਹੋ ਗਿਆ ਬੇਗਾਨਾ ਉਹ ਹੋ ਗਿਆ ਬੇਗਾਨਾ। ਸੋ ਬਹੁਤ ਹੀ ਚੰਗਾ ਲੱਗਾ। ਸੋ ਜਿਸ ਤਰ੍ਹਾਂ ਦੇ ਨਾਲ ਗੁਰਪ੍ਰੀਤ ਘੁੱਗੀ ਜੀ ਨੇ ਕਿਹਾ ਕਿ ਲਾਮਬੰਦ ਜਿਹੜਾ ਹੈਗਾ ਸੰਘਰਸ਼ ਨੂੰ ਹੋਣ ਦੀ ਲੋੜ ਆ, ਹਰ ਤਬਕੇ ਦੇ, ਹਰ ਕਿੱਤੇ ਦੇ, ਹਰ ਸਮਾਜ ਦੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਆ ਤੇ ਕਲਾਕਾਰਾਂ ਨੇ ਅੱਜ ਇਹ ਪਹਿਲ ਕੀਤੀ ਹੈ। ਪਹਿਲਾਂ ਇਸ ਅੰਦੋਲਨ ਨੂੰ ਚਾਰ ਚੰਨ ਲਾ ਰਹੇ ਸੀ, ਕਲਾਕਾਰ ਲਗਾਤਾਰ ਆ ਰਹੇ ਸੀਗੇ, ਆਪਣਾ ਸਮਰਥਨ ਦੇ ਰਹੇ ਸੀ, ਸਪੋਰਟ ਦੇ ਰਹੇ ਸੀ ਤੇ ਹੁਣ ਇਕੱਤਰਿਤ ਹੋ ਕੇ, ਇਕੱਠੇ ਹੋ ਕੇ ਵੀ ਇਸ ਮੰਚ ਨੂੰ ਸਮਰਪਿਤ ਹੁੰਦੇ ਹੋਏ ਦਿਖਾਈ ਦੇ ਰਿਹਾ। ਸੋ ਜਿਹੜਾ ਅੰਦੋਲਨ ਹੈ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਉਮੀਦ ਹੈ ਕਿ ਅਸੀਂ ਫਤਿਹ ਕਰਕੇ ਜਾਵਾਂਗੇ। ਲਗਾਤਾਰ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਮਾਧਿਅਮ ਦੇ ਜ਼ਰੀਏ ਤੁਹਾਡੇ ਨਾਲ ਜੁੜੇ ਹੋਏ ਹਾਂ, ਜੁੜੇ ਰਹਾਂਗੇ। ਤੁਸੀਂ ਵੀ ਰੋਜ਼ਾਨਾ ਸਪੋਕਸਮੈਨ ਦੇਖਦੇ ਰਹੋ। ਫਿਲਹਾਲ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ ਜਸਪ੍ਰੀਤ ਨਾਲ ਦਿਓ ਆਗਿਆ। ਧੰਨਵਾਦ।